ਸਤਿ ਸ਼੍ਰੀ ਅਕਾਲ। ਮੈਂ ਸਰਬਜੀਤ ਸਿੰਘ, ਵੋਕੇਸ਼ਨਲ ਟ੍ਰੇਨਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ, ਸਕੂਲ ਧਾਲੀਵਾਲ ਬੇਟ, ਕਪੂਰਥਲਾ। ਭਾਰਤ ਸਰਕਾਰ ਦੁਆਰਾ ਚਲਾਏ ਗਏ ਸਕਿੱਲ ਇੰਡੀਆ ਪ੍ਰੋਜੈਕਟ ਦੇ ਅਧੀਨ ਮੈਂ NSQF ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਟ੍ਰੇਡ ਵਿੱਚ ਕੰਮ ਕਰ ਰਿਹਾ ਹਾਂ। ਫਿਜ਼ੀਕਲ ਐਜੂਕੇਸ਼ਨ ਦੇ ਸੰਬੰਧ ਵਿੱਚ ਮੈਂ ਕਹਿਣਾ ਹਾਂ ਕਿ ਅਸੀਂ ਭਾਰਤ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਸਪੋਰਟਸ ਟ੍ਰੇਡ ਵਿੱਚ ਕਾਫੀ ਕੰਮ ਕਰ ਰਹੇ ਹਾਂ, ਜਿਸ ਵਿੱਚ ਬੱਚਿਆਂ ਦਾ ਰੁਝਾਨ ਖੇਡਾਂ ਅਤੇ ਸਰੀਰਕ ਫਿਟਨੈਸ ਵੱਲ ਹੈ। ਮੇਰਾ ਅੱਜ ਦਾ ਟੌਪਿਕ ਇੰਟਰੋਡਕਸ਼ਨ ਟੂ ਸਪਰੈਡਸ਼ੀਟ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ, ਅੱਜ ਕੱਲ੍ਹ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਕੰਪਿਊਟਰ ਦਾ ਅਹਿਮ ਰੋਲ ਹੈ। ਅਸੀਂ ਕੰਪਿਊਟਰ ਦੇ ਵਿੱਚ ਇੱਕ ਸਪਰੈਡਸ਼ੀਟ ਤਿਆਰ ਕਰਦੇ ਹਾਂ, ਜਿਸ ਵਿੱਚ ਅਸੀਂ ਆਪਣਾ ਬਹੁਤ ਸਾਰਾ ਰਿਕਾਰਡ ਰੱਖ ਸਕਦੇ ਹਾਂ ਕਾਫੀ ਲੰਬੇ ਸਮੇਂ ਤੱਕ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਲੋਕਡਾਊਨ ਦੇ ਦੌਰਾਨ ਅੱਜ ਕੱਲ੍ਹ ਜੋ ਬੱਚਿਆਂ ਦੀ ਪੜ੍ਹਾਈ, ਸਕੂਲਾਂ ਦੀ ਪੜ੍ਹਾਈ ਆਨਲਾਈਨ ਚੱਲ ਰਹੀ ਹੈ, ਉਸ ਦੇ ਤਹਿਤ ਇਸ ਚੀਜ਼ ਦਾ ਅਹਿਮ ਰੋਲ ਹੈ। ਸਪਰੈਡਸ਼ੀਟ ਵਿੱਚ ਅਸੀਂ ਬੱਚਿਆਂ ਦੇ ਰਿਜ਼ਲਟ ਵਗੈਰਾ ਅਤੇ ਹੋਰ ਹੀ ਬਹੁਤ ਜ਼ਰੂਰੀ ਡਾਟਾ, ਜਿਸ ਨੂੰ ਅਸੀਂ ਆਪਣੇ ਕੰਪਿਊਟਰ ਵਿੱਚ ਸੇਵ ਕਰਕੇ ਰੱਖ ਸਕਦੇ ਹਾਂ। ਅਸੀਂ ਸਪਰੈਡਸ਼ੀਟ ਦੇ ਬੇਸਿਕ ਬਾਰੇ ਜਾਣਕਾਰੀ ਲਵਾਂਗੇ, ਇਸ ਵਿੱਚ ਕਿਸ ਤਰ੍ਹਾਂ ਕੰਮ ਹੁੰਦਾ ਹੈ। ਸਭ ਤੋਂ ਪਹਿਲਾਂ ਹੈ ਵਾਟ ਇਜ਼ ਸਪਰੈਡਸ਼ੀਟ। ਸਪਰੈਡਸ਼ੀਟ ਕੀ ਹੁੰਦੀ ਹੈ? ਸਪਰੈਡਸ਼ੀਟ ਨੂੰ ਅਸੀਂ ਵਰਕਸ਼ੀਟ ਵੀ ਕਹਿੰਦੇ ਹਾਂ। ਇਹ ਕਾਲਮ ਅਤੇ ਰੋ ਨੂੰ ਮਿਲਾ ਕੇ ਇੱਕ ਸੈੱਲ ਬਣਦੇ ਹਨ, ਜਿਸ ਦੀ ਵਰਤੋਂ ਅਸੀਂ ਕੈਲਕੂਲੇਸ਼ਨ ਅਤੇ ਕਈ ਤਰ੍ਹਾਂ ਦੀਆਂ ਰਿਪੋਰਟਸ ਤਿਆਰ ਕਰਦੇ ਹਾਂ, ਅਤੇ ਨਾਲ ਹੀ ਇਸ ਦੀਆਂ ਨੂਮੈਰੀਕਲ ਫਾਰਮਸ ਵੀ ਬਣਾਈਆਂ ਜਾਂਦੀਆਂ ਹਨ। ਬਹੁਤ ਸਾਰੀਆਂ ਸਪਰੈਡਸ਼ੀਟ ਜਾਂ ਵਰਕਸ਼ੀਟ ਮਿਲ ਕੇ ਇੱਕ ਵਰਕ ਬੁੱਕ ਬਣਦੀ ਹੈ। ਇਸ ਤੋਂ ਇਲਾਵਾ ਅਸੀਂ ਹੋਰ ਵੱਖ-ਵੱਖ ਤਰੀਕੇ ਨਾਲ ਸਪਰੈਡਸ਼ੀਟਸ ਦੀ ਵਰਤੋਂ ਕਰ ਸਕਦੇ ਹਾਂ। ਜ਼ਿਆਦਾਤਰ ਪਰਿਵਾਰ ਦੇ ਵਿੱਚ ਅਸੀਂ ਦੇਖਦੇ ਹਾਂ, ਤੁਹਾਡਾ ਕੋਈ ਬੈਲੈਂਸਿੰਗ ਜਾਂ ਚੈੱਕ ਬੁੱਕ, ਉਹਦਾ ਰਿਕਾਰਡ ਰੱਖਣਾ, ਕਾਰ ਲੋਨ ਦੀ ਕੈਲਕੂਲੇਸ਼ਨ ਹੈਗੀ ਆ, ਤੁਸੀਂ ਕਿੰਨਾ ਲੋਨ ਤਾਰਿਆ ਹੈ, ਤੁਹਾਡਾ ਕਿੰਨਾ ਲੋਨ ਬਚਿਆ ਹੈ, ਉਸ ਤਰ੍ਹਾਂ ਤੁਸੀਂ ਆਪਣਾ ਰਿਕਾਰਡ ਰੱਖ ਸਕਦੇ ਹੋ। ਹੋਰ ਇਸ ਤੋਂ ਇਲਾਵਾ ਅਸੀਂ ਸਟੂਡੈਂਟਸ ਦੀ ਗ੍ਰੇਡਿੰਗ ਕਰਨੀ ਹੈ, ਸਟੂਡੈਂਟਸ ਦਾ ਰਿਕਾਰਡ ਰੱਖਣਾ ਹੈ, ਕਿੰਨੇ ਮਾਰਕਸ ਹਨ, ਕਿਹੜੇ ਸਬਜੈਕਟ ਵਿੱਚੋਂ ਕਿੰਨੇ ਮਾਰਕਸ ਹਨ, ਉਸ ਦੇ ਵਿੱਚ ਵੀ ਸਾਨੂੰ ਬਹੁਤ ਸਪਰੈਡਸ਼ੀਟ ਦੀ ਮਦਦ ਮਿਲਦੀ ਹੈ। ਘਰ ਦੇ ਵਿੱਚ ਅਸੀਂ ਆਪਣੇ ਕੋਈ ਬਜਟ ਸਿਲੈਕਟ ਕੀਤੇ ਹੁੰਦੇ ਹਨ, ਕਿੰਨਾ ਖਰਚਾ ਕਰਨਾ ਹੈ, ਕਿੰਨਾ ਬਚਾਉਣਾ ਹੈ, ਉਹਦੀਆਂ ਕੈਲਕੂਲੇਸ਼ਨ ਵਿੱਚ ਵੀ ਅਸੀਂ ਸਪਰੈਡਸ਼ੀਟ ਦਾ ਇਸਤੇਮਾਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਬਿਜ਼ਨਸ ਵਿੱਚ ਅਸੀਂ ਕੋਈ ਪੇਰੋਲ ਬਣਾਉਣੇ ਹਨ, ਸੈਲਰੀਆਂ ਕਿਸ ਤਰ੍ਹਾਂ ਦੇਣੀਆਂ ਹਨ ਸਟਾਫ ਨੂੰ, ਉਹਦਾ ਰਿਕਾਰਡ, ਅਤੇ ਆਪਣਾ ਫਾਈਨੈਂਸ਼ੀਅਲ ਸਟੇਟਮੈਂਟ, ਬਿਜ਼ਨਸ ਵਿੱਚ ਤੁਹਾਨੂੰ ਕੀ ਪ੍ਰੋਫਿਟ ਹੋ ਰਿਹਾ ਹੈ ਅਤੇ ਕੀ ਲੋਸ ਹੋ ਰਿਹਾ ਹੈ, ਉਸ ਦੇ ਰਿਕਾਰਡਿੰਗ ਵੀ ਅਸੀਂ ਆਪਣਾ ਇਹ ਸਾਰਾ ਰਿਕਾਰਡ ਨੂੰ ਬਰਕਰਾਰ ਰੱਖ ਕੇ ਸਪਰੈਡਸ਼ੀਟ ਵਿੱਚ ਸੇਵ ਕਰ ਸਕਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ, ਅਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਉੱਤੇ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਕੰਪਿਊਟਰ ਦੇ ਡੈਸਕਟਾਪ ਉੱਤੇ ਐਕਸਲ ਆਈਕਨ ਨੂੰ ਡਬਲ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਅਸੀਂ ਸਟਾਰਟ ਦਾ ਬਟਨ ਦਬਾਵਾਂਗੇ। ਉਸ ਤੋਂ ਬਾਅਦ ਆਲ ਪ੍ਰੋਗਰਾਮ ਖੁੱਲ੍ਹੇਗਾ। ਆਲ ਪ੍ਰੋਗਰਾਮ ਖੁੱਲ੍ਹਣ ਤੋਂ ਬਾਅਦ ਮਾਈਕਰੋਸਾਫਟ ਆਫਿਸ ਅਤੇ ਮਾਈਕਰੋਸਾਫਟ ਆਫਿਸ ਐਕਸਲ 'ਤੇ ਕਲਿੱਕ ਕਰਾਂਗੇ। ਉਸ ਦੇ ਨਾਲ ਤੁਹਾਡੀ ਸਪਰੈਡਸ਼ੀਟ ਖੁੱਲ੍ਹ ਜਾਏਗੀ। ਸਪਰੈਡਸ਼ੀਟ ਖੁੱਲ੍ਹਣ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਸਕਰੀਨ ਜਦੋਂ ਤੁਹਾਡੇ ਸਾਹਮਣੇ ਆਏਗੀ, ਉਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਆਪਸ਼ਨਾਂ ਹਨ, ਜਿਸ ਦੀ ਆਪਾਂ
ਵਰਤੋਂ ਕਰਨੀ ਹੁੰਦੀ ਹੈ। ਸਭ ਤੋਂ ਪਹਿਲਾਂ ਸਟੈਂਡਰਡ ਟੋਲ ਬਾਰ, ਉਸ ਤੋਂ ਬਾਅਦ ਨੇਮ, ਰੋ, ਅਤੇ ਜਿਸ ਵੀ ਰੋ ਦੇ ਵਿੱਚ ਸੈੱਲ ਦੇ ਵਿੱਚ ਅਸੀਂ ਕਲਿੱਕ ਕਰਾਂਗੇ ਉਸ ਨੂੰ ਐਕਟਿਵ ਸੈੱਲ ਕਹਿੰਦੇ ਹਨ। ਇਸ ਦੇ ਵਿੱਚ ਜੋ ਕਿ ਰੋ ਹੈ ਉਹ ਨੰਬਰਿੰਗ ਦੇ ਵਿੱਚ ਹੁੰਦੀ ਹੈ ਅਤੇ ਜੋ ਕਾਲਮ ਹੈ ਉਹ ABCDEF, ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਉਸ ਨੂੰ ਅਸੀਂ ਕਾਲਮ ਕਹਿੰਦੇ ਹਾਂ। ਜਿੱਥੇ ਵੀ ਤੁਹਾਡਾ ਕਰਸਰ ਹੋਵੇਗਾ, ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ, ਇਸ ਨੂੰ ਅਸੀਂ ਐਕਟਿਵ ਸੈੱਲ ਕਹਾਂਗੇ, ਜਿਸ ਵਿੱਚ ਤੁਸੀਂ ਕੁਛ ਨਾ ਕੁਛ ਟਾਈਪ ਕਰਨਾ ਹੈ। ਉਸ ਤੋਂ ਬਾਅਦ ਸ਼ੀਟ ਟੈਬਸ, ਇਸ ਦੇ ਵਿੱਚ ਤੁਸੀਂ ਵੇਖਦੇ ਹੋ ਸ਼ੀਟ 1, ਸ਼ੀਟ 2, ਸ਼ੀਟ 3। ਅਸੀਂ ਜਿੱਥੇ ਵੀ ਕਲਿੱਕ ਕਰਾਂਗੇ, ਜੇ ਅਗਰ ਸ਼ੀਟ 1 ਤੇ ਕਲਿੱਕ ਕਰਾਂਗੇ ਸ਼ੀਟ 1 ਖੁੱਲ ਜਾਏਗੀ, ਅਗਰ ਸ਼ੀਟ 2 ਤੇ ਕਲਿੱਕ ਕਰਾਂਗੇ ਤਾਂ ਅਗਲੀ ਸ਼ੀਟ ਖੁੱਲ ਜਾਏਗੀ। ਇਸ ਤੋਂ ਬਾਅਦ ਟਾਸਕ ਪੇਨ, ਕਲਿੱਕ ਹੇਅਰ ਟੂ ਕਲੋਜ਼ ਦਾ ਟਾਸਕ ਪੇਨ ਐਂਡ ਫਾਰਮੈਟਿਕ ਟੂਲ ਬਾਰ। ਇਹ ਜੋ ਸਾਰੇ ਹੈ, ਇਸ ਦੀ ਆਪਾਂ ਵੱਖ-ਵੱਖ ਆਪਸ਼ਨਾਂ ਨੂੰ ਸਪਰੈਡਸ਼ੀਟ ਬਣਾਉਣ ਦੇ ਵਿੱਚ ਇਸਤੇਮਾਲ ਕਰਦੇ ਹਾਂ। ਹੁਣ ਅਸੀਂ ਅੱਗੇ ਦੇਖਦੇ ਹਾਂ ਵਾਟ ਆਲ ਦਾ ਡਿਫਰੈਂਟ ਪਾਰਟਸ ਮੀਨ। ਇਸ ਦੇ ਵਿੱਚ ਅਲੱਗ-ਅਲੱਗ ਫੰਕਸ਼ਨ ਹੈ, ਉਸ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਵਰਕਸ਼ੀਟ ਕਾਲਮ ਅਤੇ ਰੋ ਜਿੱਥੇ ਇੰਟਰਸੈਕਟ ਕਰਦੇ ਹਨ ਉਸ ਨੂੰ ਆਪਾਂ ਸੈੱਲ ਕਹਿੰਦੇ ਹਾਂ। ਜਿਸ ਤਰ੍ਹਾਂ ਅਗਰ ਤੁਹਾਡਾ ਹੋਰੀਜ਼ੈਂਟਲ ਹੈ ਤਾਂ ABC, ਉਸ ਨੂੰ ਆਪਾਂ ਕਾਲਮ ਕਹਿੰਦੇ ਹਾਂ, ਅਤੇ ਜੋ ਵਰਟੀਕਲ ਹੋਰੀਜ਼ੈਂਟਲ ਹੋਏਗੀ ਉਸ ਨੂੰ ਆਪਾਂ ਰੋ ਕਵਾਂਗੇ। ਇੱਕ ਵਰਕਸ਼ੀਟ ਦੇ ਵਿੱਚ 256 ਕਾਲਮ ਅਤੇ 65,536 ਰੋ ਹੁੰਦੀਆਂ ਹਨ। ਉਸ ਤੋਂ ਬਾਅਦ ਟੂਲ ਬਾਰ, ਜਿਹੜੇ ਵੀ ਆਈਕਨ ਅਸੀਂ ਆਪਾਂ ਕੰਟੀਨਿਊ ਕਲਿੱਕ ਕਰਦੇ ਹਾਂ ਉਸ ਨੂੰ ਟੂਲ ਬਾਰ ਕਹਿੰਦੇ ਹਨ। ਸੈੱਲ ਉਹ ਜੋ ਇੱਕ, ਜਿਸ ਤਰ੍ਹਾਂ ਕਿ ਆਪਾਂ ਐਗਜ਼ਾਮਪਲ ਦਿੰਦੇ ਹਾਂ A1, ਜੋ ਕਿ ਕਾਲਮ ਅਤੇ ਰੋ ਆਪਸ ਵਿੱਚ ਜਿੱਥੇ ਮਿਲਦੀਆਂ ਹਨ ਉਸ ਨੂੰ ਆਪਾਂ ਸੈੱਲ ਕਹਿੰਦੇ ਹਨ। ਐਕਟਿਵ ਸੈੱਲ ਉਹ ਚੀਜ਼ ਹੈ ਜਿਸ 'ਤੇ ਆਪਾਂ ਕਲਿੱਕ ਕੀਤਾ ਹੋਇਆ ਹੈ ਅਤੇ ਉਸ ਵਿੱਚ ਟਾਈਪ ਕਰਦੇ ਹਾਂ ਜਾਂ ਕੁਛ ਲਿਖਦੇ ਹਾਂ, ਉਸ ਨੂੰ ਆਪਾਂ ਐਕਟਿਵ ਸੈੱਲ ਕਹਿੰਦੇ ਹਾਂ। ਵਰਕਬੁੱਕ, ਬਹੁਤ ਸਾਰੇ ਸਪਰੈਡਸ਼ੀਟ ਦੇ ਵਿੱਚ ਅਲੱਗ-ਅਲੱਗ, ਜਿਸ ਤਰ੍ਹਾਂ ਕਿ ਸ਼ੀਟ 1, ਸ਼ੀਟ 2 ਅਤੇ ਸ਼ੀਟ 3, ਇਸ ਨੂੰ ਆਪਾਂ ਪੂਰੀ ਕੰਪਲੀਟ ਜੋ ਹੋ ਜਾਂਦੀ ਹੈ ਤਾਂ ਉਸ ਨੂੰ ਆਪਾਂ ਇੱਕ ਵਰਕਬੁੱਕ ਕਹਿੰਦੇ ਹਾਂ। ਟਾਸਕ ਪੇਨ ਜਿਹੜੇ ਵੀ ਆਪਾਂ ਮਤਲਬ ਆਪਸ਼ਨਸ ਯੂਜ਼ ਕਰਦੇ ਹਾਂ, ਅਗਰ ਉਹ ਆਈਕਨ ਤੁਹਾਡੇ ਸਾਹਮਣੇ ਹੁੰਦੇ ਹਨ ਤਾਂ ਅਸੀਂ ਉਸ 'ਤੇ ਕਲਿੱਕ ਕਰਦੇ ਹਾਂ, ਉਸ ਨੂੰ ਟਾਸਕ ਪੇਨ ਕਿਹਾ ਜਾਂਦਾ ਹੈ। ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਅਸੀਂ ਸਪਰੈਡਸ਼ੀਟ ਵਿੱਚ ਡਾਟਾ ਕਿਸ ਤਰ੍ਹਾਂ ਐਂਟਰ ਕਰਨਾ ਹੈ। ਅਸੀਂ ਜਿੱਥੇ ਡਾਟਾ ਐਂਟਰ ਕਰਨਾ ਹੈ ਉਸ ਸੈੱਲ ਦੇ ਉੱਤੇ ਆਪਾਂ ਕਲਿੱਕ ਕਰਾਂਗੇ ਅਤੇ ਡਾਟਾ ਐਂਟਰ ਕਰਨ ਲਈ ਟਾਈਪ ਕਰਾਂਗੇ। ਇਸ ਤੋਂ ਬਾਅਦ ਅਸੀਂ ਕੀਬੋਰਡ ਉੱਪਰ ਰਾਈਟ ਐਰੋ ਕੀ ਨੱਪਾਂਗੇ ਤਾਂ ਉਸ ਨੂੰ ਦਬਾਉਣ ਤੋਂ ਬਾਅਦ ਅਸੀਂ ਅਗਲੇ ਪਾਸੇ ਆਪਣਾ ਡਾਟਾ ਐਂਟਰ ਕਰ ਸਕਦੇ ਹਾਂ। ਜੇਕਰ ਅਸੀਂ ਐਂਟਰ ਕੀ ਪ੍ਰੈਸ ਕਰਾਂਗੇ ਤਾਂ ਥੱਲੇ ਪਾਸੇ ਜਾ ਕੇ ਸੈੱਲ ਦੇ ਉੱਤੇ ਆਪਣਾ ਕਰਸਰ ਚਲੇ ਜਾਏਗਾ, ਜਿਸ ਦੇ ਵਿੱਚ ਅਸੀਂ ਟਾਈਪ ਕਰ ਸਕਦੇ ਹਾਂ। ਇੱਥੇ ਯਾਦ ਰੱਖਣ ਯੋਗ ਗੱਲ ਇਹ ਵੀ ਹੈ ਕਿ ਜੋ ਕਿ ਟੈਕਸਟ ਹੁੰਦਾ ਹੈ ਉਹ ਹਮੇਸ਼ਾ ਖੱਬੇ ਪਾਸੇ ਅਲਾਈਨਡ ਹੋ ਜਾਂਦਾ ਹੈ ਅਤੇ ਜੋ ਨੰਬਰ ਹੁੰਦੇ ਹਨ ਉਹ ਸੱਜੇ ਪਾਸੇ ਅਲਾਈਨ ਹੋ ਜਾਂਦਾ ਹੈ, ਜਿਸ ਨੂੰ ਤੁਸੀਂ ਇਸ ਸਕਰੀਨ ਉੱਪਰ ਅਸੀਂ ਦੇਖ ਸਕਦੇ ਹਾਂ ਕਿ ਟੈਕਸਟ ਹਮੇਸ਼ਾ ਅਲਾਈਨ ਹੋਇਆ ਹੈ, ਖੱਬੇ ਪਾਸੇ ਅਲਾਈਨ ਹੋਇਆ ਹੈ ਅਤੇ ਜੋ ਨੰਬਰਿੰਗ ਹੈ ਉਹ ਕੀ ਸੱਜੇ ਪਾਸੇ ਅਲਾਈਨ ਹੋਈ ਹੈ। ਐਡੀਟਿੰਗ ਡਾਟਾ। ਐਕਸਲ ਵਿੱਚ ਡਾਟੇ ਨੂੰ ਐਡਿਟ ਕਰਨ ਦੇ ਦੋ ਤਰੀਕੇ ਹਨ। ਐਡਿਟ ਤੋਂ ਭਾਵ ਸੈੱਲ ਵਿੱਚ ਕੁਛ ਚੇਂਜ ਕਰਨਾ
ਇਸ ਤੋਂ ਪਹਿਲਾ ਤਰੀਕਾ ਇਹ ਹੈ ਕਿ ਜਿਸ ਸੈੱਲ ਵਿੱਚ ਤੁਸੀਂ ਡਾਟਾ ਚੇਂਜ ਕਰਨਾ ਹੈ ਉਸ ਉੱਤੇ ਕਲਿੱਕ ਕਰੋ। ਤੁਸੀਂ ਕਲਿੱਕ ਕਰੋਗੇ ਤਾਂ ਸੈੱਲ ਦੇ ਕੰਟੈਂਟ ਤੁਹਾਡੇ ਫਾਰਮੂਲਾ ਬਾਰ ਵਿੱਚ ਸ਼ੋ ਹੋ ਰਹੇ ਹਨ। ਤੁਸੀਂ ਕੀਬੋਰਡ ਤੇ ਬੈਕ ਸਪੇਸ ਜਾਂ ਡਿਲੀਟ ਕੀ ਪ੍ਰੈਸ ਕਰਕੇ ਸੈੱਲ ਡਾਟੇ ਨੂੰ ਡਿਲੀਟ ਕਰ ਸਕਦੇ ਹੋ ਤੇ ਟੈਕਸਟ ਟਾਈਪ ਕਰਕੇ ਨਵਾਂ ਡਾਟਾ ਇਨਸਰਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਦੇਖੋਗੇ ਇਸ ਦਾ ਦੂਜਾ ਤਰੀਕਾ ਹੈ, ਜਿਸ ਸੈੱਲ ਨੂੰ ਚੇਂਜ ਕਰਨਾ ਹੈ ਉਸ ਉੱਤੇ ਕਲਿੱਕ ਕਰੋ ਤੇ ਡਾਟਾ ਟਾਈਪ ਕਰਕੇ ਐਂਟਰ ਕੀ ਪ੍ਰੈਸ ਕਰੋ ਤੇ ਤੁਹਾਡਾ ਡਾਟਾ ਐਂਟਰ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ ਇਨਸਰਟਿੰਗ ਡਿਲੀਟਿੰਗ ਰੋ ਐਂਡ ਕਾਲਮ। ਅਸੀਂ ਕਈ ਵਾਰ ਸਾਨੂੰ ਆਪਣੀ ਸ਼ੀਟ ਵਿੱਚ ਨਵੀਂ ਰੋ ਜਾਂ ਕਾਲਮ ਐਡ ਕਰਨਾ ਜਾਂ ਡਿਲੀਟ ਕਰਨ ਦੀ ਜ਼ਰੂਰਤ ਪੈਂਦੀ ਹੈ। ਰੋ ਨੂੰ ਡਿਲੀਟ ਕਰਨ ਲਈ ਅਸੀਂ ਸੈੱਲਸ ਨੂੰ ਰੋ ਨੰਬਰ ਉੱਪਰ ਜਾ ਕੇ ਰਾਈਟ ਕਲਿੱਕ ਕਰਨ ਤੇ ਇੱਕ ਪੌਪਅਪ ਜਾਂ ਕਾਲਮ ਖੁੱਲ੍ਹੇਗਾ। ਉਸ ਵਿੱਚੋਂ ਡਿਲੀਟ ਉੱਤੇ ਕਲਿੱਕ ਕਰਨ ਤੇ ਸਿਲੈਕਟ ਰੋ ਜਾਂ ਕਾਲਮ ਡਿਲੀਟ ਹੋ ਜਾਵੇਗਾ। ਇਸੇ ਤਰ੍ਹਾਂ ਰੋ ਨੰਬਰ ਜਾਂ ਕਾਲਮ ਨੰਬਰ ਸਿਲੈਕਟ ਕਰਕੇ ਇਨਸਰਟ ਪ੍ਰੈਸ ਕਰਨ ਤੇ ਨਵਾਂ ਰੋ ਜਾਂ ਕਾਲਮ ਐਡ ਹੋ ਜਾਵੇਗਾ। ਇਸ ਤੋਂ ਬਾਅਦ ਬਹੁਤ ਹੀ ਜ਼ਰੂਰੀ ਚੀਜ਼ ਜਿਸ ਦਾ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਜੋ ਵੀ ਡਾਟਾ ਐਡ ਕੀਤਾ ਹੈ ਉਸ ਨੂੰ ਸੇਵ ਕੀਤਾ ਜਾਵੇ। ਇਸ ਵਿੱਚ ਅਸੀਂ ਦੇਖਦੇ ਹਾਂ, ਸਭ ਤੋਂ ਪਹਿਲਾਂ ਅਸੀਂ ਉੱਪਰ ਫਾਈਲ ਉੱਤੇ ਕਲਿੱਕ ਕਰਕੇ ਸੇਵ ਦੀ ਆਪਸ਼ਨ ਆਉਂਦੀ ਹੈ, ਉਸ ਨੂੰ ਆਪਾਂ ਕਲਿੱਕ ਕਰਕੇ ਸੇਵ ਕਰਾਂਗੇ। ਉਸ ਤੋਂ ਬਾਅਦ ਅਸੀਂ ਇਸ ਨੂੰ ਸੇਵ ਕਰਨ ਤੋਂ ਬਾਅਦ ਜੋ ਵੀ ਤੁਸੀਂ ਡਾਟਾ ਤਿਆਰ ਕੀਤਾ ਹੈ ਉਸ ਦਾ ਅਸੀਂ ਫਾਈਲ ਨੇਮ ਰੱਖ ਕੇ ਉਸ ਵਰਕਬੁੱਕ ਨੂੰ ਆਪਣੇ ਕੰਪਿਊਟਰ ਵਿੱਚ ਸੇਵ ਕਰ ਸਕਦੇ ਹਾਂ। ਸੇਵ ਕਰਨ ਤੋਂ ਬਾਅਦ ਅਸੀਂ ਆਪਣੀ ਫਾਈਲ ਕਲੋਜ਼ਿੰਗ ਏ ਵਰਕਬੁੱਕ ਐਂਡ ਐਗਜ਼ਿਟ ਐਕਸਲ, ਇਸ ਵਿੱਚ ਆਪਾਂ ਕੀ ਕਰਾਂਗੇ, ਤੁਸੀਂ ਐਰੋ ਵਾਲੇ ਨਿਸ਼ਾਨ ਤੇ ਕਲਿੱਕ ਕਰਕੇ ਤੁਸੀਂ ਆਪਣੀ ਐਕਸਲ ਫਾਈਲ ਤੋਂ ਬਾਹਰ ਆ ਜਾਓਗੇ। ਤੁਹਾਡੀ ਐਕਸਲ ਫਾਈਲ ਬੰਦ ਹੋ ਜਾਏਗੀ ਅਤੇ ਇਸ ਲਈ ਤੁਸੀਂ ਮੀਨੂ ਵਿੱਚ ਜਾ ਕੇ ਐਗਜ਼ਿਟ ਕਰ ਸਕਦੇ ਹੋ ਜਾਂ ਕ੍ਰੋਸ ਤੇ ਕਲਿੱਕ ਕਰਕੇ ਆਪਣੀ ਇਸ ਵਰਕਸ਼ੀਟ ਨੂੰ ਕਲੋਜ਼ ਕਰ ਸਕਦੇ ਹੋ। ਸੋ ਅਖੀਰ ਵਿੱਚ ਅਸੀਂ ਇੱਕ ਵਾਰੀ ਜੋ ਵੀ ਅਸੀਂ ਸਪਰੈਡਸ਼ੀਟ ਬਾਰੇ ਜਾਣਕਾਰੀ ਲਈ ਹੈ ਉਸ ਦਾ ਆਪਾਂ ਰਿਵਿਊ ਕਰ ਲੈਂਦੇ ਹਾਂ, ਜਿਸ ਵਿੱਚ ਸਟਾਰਟਿੰਗ ਵਿੱਚ ਅਸੀਂ ਇੰਟਰੋਡਕਸ਼ਨ ਦਿੱਤੀ ਸੀ ਸਪਰੈਡਸ਼ੀਟ ਦੀ। ਉਸ ਤੋਂ ਬਾਅਦ ਸਪਰੈਡਸ਼ੀਟ ਬੇਸਿਕਸ ਐਂਡ ਸਪਰੈਡਸ਼ੀਟ ਨੂੰ ਕਿਸ ਤਰ੍ਹਾਂ ਲੋਡਿੰਗ ਕੀਤਾ ਜਾਂਦਾ ਐਕਸਲ ਦੇ ਵਿੱਚ ਅਤੇ ਇਸ ਦੇ ਸਕਰੀਨ ਦੇ ਓਪਨਿੰਗ ਸਕਰੀਨ ਦੇ ਵਿੱਚ ਜੋ ਵੀ ਫੰਕਸ਼ਨਸ ਹੁੰਦੇ ਹਨ। ਉਸ ਤੋਂ ਬਾਅਦ ਵਾਟ ਆਲ ਦਾ ਡਿਫਰੈਂਟ ਪਾਰਟ ਆਫ ਮੀਨਸ ਐਂਟਰਿੰਗ ਡਾਟਾ, ਇਸ ਵਿੱਚ ਅਸੀਂ ਕਿਸ ਤਰ੍ਹਾਂ ਡਾਟਾ ਐਂਟਰ ਕਰਦੇ ਹਾਂ, ਕਿਸ ਤਰ੍ਹਾਂ ਐਡਿਟ ਕਰਦੇ ਹਾਂ ਅਤੇ ਕਿਸ ਤਰ੍ਹਾਂ ਇਨਸਰਟ ਡਿਲੀਟਿੰਗ ਰੋ ਐਂਡ ਕਾਲਮ। ਇਸ ਤੋਂ ਬਾਅਦ ਸਭ ਕੁਝ ਕਰਨ ਤੋਂ ਬਾਅਦ ਅਸੀਂ ਆਪਣੇ ਡਾਟੇ ਨੂੰ ਕਿਸ ਤਰ੍ਹਾਂ ਸੇਵ ਰੱਖਦੇ ਹਾਂ ਅਤੇ ਉਸ ਤੋਂ ਬਾਅਦ ਅਖੀਰ ਤੇ ਡਾਟਾ ਸੇਵ ਕਰਨ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਆਪਣੀ ਫਾਈਲ ਨੂੰ ਜਾਂ ਸਪਰੈਡਸ਼ੀਟ ਨੂੰ ਬੰਦ ਕਰਦੇ ਹਾਂ। ਧੰਨਵਾਦ।